मैं अपना फ़ोन पहला ही रिकॉर्डिंग ते लगा लिया। ਜਦੋਂ मैं उन्होंने पूछा तो सर बाकी सारी हिस्ट्री ਤੁਹਾਡੇ ਸਾਹਮਣੇ ਹੈ ਔਰ ਕੱਲੀ ਨੂੰ ਮਿਲਣ ਦਾ ਕੀ ਮਤਲਬ ਹੈ ਸਰ। ਕਰਨ ਸਿਓੜਾ ਜੀ ਨੇ ਕਿਹਾ ਕਿ ਤੁਸੀਂ ਐਮਐਲਏ ਸਾਹਿਬ ਨੂੰ ਪਰਸਨਲੀ ਮਿਲੋ। ਕਿਉਂ ਮਿਲਾਂ ਸਰ ਮੈਂ? ਤੁਸੀਂ ਪੇਸ਼ ਹੋ, ਕਿਉਂ ਪੇਸ਼ ਹੋਵਾਂ ਜੀ? ਪੇਸ਼ ਹੋਣ ਲਈ ਜਿਹੜਾ ਐਮਐਲਏ ਦੇ ਦਫ਼ਤਰ ਕਹਿ ਰਹੇ ਸੀ ਕਿ ਤੁਸੀਂ ਐਮਐਲਏ ਦਫ਼ਤਰ ਆ ਕੇ ਪੇਸ਼ ਹੋਣਾ। ਸਰ ਕਿਸੇ ਦੱਸਿਆ ਹੀ ਨਹੀਂ ਕਿ ਕਿੱਥੇ ਪੇਸ਼ ਹੋ। ਹੁਣ ਕੋ ਪਰਸਨਲੀ ਦਾ ਮਤਲਬ ਕੀ ਹੋ ਸਕਦਾ ਹੈ ਕਿ ਮੈਡਮ ਕੋ 10 ਕਰੋੜ ਰੁਪਏ ਆਏ ਹੈ ਨਾ, ਇਹਨਾਂ ਦਾ ਹੈ ਨਾ ਵੇਅਰਿੰਗ ਸਟਾਈਲ ਇਹ ਹੈਗਾ ਹੈ ਕਿ ਰੇਂਜ ਰੋਵਰ ਇਹਨਾਂ ਕੋਲ ਕਿੱਥੋਂ ਆਈ ਹੈ। ਸਰ ਵਾਈ ਉਹ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ? ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੀ ਇਨਕਮ ਦਾ ਅਸੀਂ ਪੁਲਿਸ ਤੋਂ ਪਤਾ ਕਰਾਂਗੇ। ਇਹ ਪੁਲਿਸ ਡਿਪਾਰਟਮੈਂਟ ਨੂੰ ਕਦੋਂ ਤੋਂ ਹੈ ਨਾ ਅਥਾਰਟੀ ਮਿਲ ਗਈ ਕਿ ਮੇਰੇ ਹੈ ਨਾ ਇਨਕਮ ਦਾ ਉਹ ਪਤਾ ਕਰਨਗੇ। ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਤੁਹਾਡੇ ਤੇ, ਕਦੇ ਵੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਜੀ ਬਿਲਕੁਲ ਹੋ ਰਹੀ ਹੈ। ਔਰ ਸਰ ਮੇਰੇ ਹਸਬੈਂਡ ਹੈ ਨਹੀਂ, ਮੇਰਾ ਬੇਟਾ ਕਿਸੇ ਕੋਲ ਰਹਿ ਰਿਹਾ ਔਰ ਮੈਂ ਉਸ ਦੇ ਲਈ ਬਹੁਤ ਜ਼ਿਆਦਾ ਵਰੀਡ ਹਾਂ। ਇਹਨਾਂ ਨੇ ਕੋਈ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਇਹਨਾਂ ਦਾ ਜਿਹੜਾ ਇੰਸਟੀਚਿਊਟ ਸੀ ਰੋਜ਼ ਉਹਨੂੰ ਰੇਡ ਕੀਤਾ ਜਾਂਦਾ ਸੀ ਤੇ ਇੱਕ ਉਹਨਾਂ ਨੇ ਫਿਰ 25 ਤਰੀਕ ਨੂੰ ਇਹਨਾਂ ਦੇ ਉੱਪਰ ਪਰਚਾ ਦਰਜ ਕਰਵਾਤਾ ਵਿਦਿਨ ਹਾਫ ਐਨ ਆਰ। ਇੰਨੇ ਟਾਈਮ ਦੇ ਵਿੱਚ ਸਾਡੀ ਪੰਜਾਬ ਪੁਲਿਸ DDR ਵੀ ਨਹੀਂ ਲਿਖਦੀ ਤੇ ਇੱਕ ਪਰਚਾ ਕਰਤਾ ਜਿਹਦੇ 'ਚ ਕੋਈ ਇਨਕੁਆਇਰੀ ਨਹੀਂ ਹੋਈ ਤੇ ਉਹਦੀ ਬੇਲ ਲਗਾਈ ਸੀ ਮੈਡਮ ਨੇ ਨੀਚੇ, ਉਹ ਰਿਜੈਕਟ ਹੋ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੁਰਖੀਆਂ ਦੇ ਵਿੱਚ ਰਹੇ ਕਿਉਂਕਿ ਇੱਕ ਮਹਿਲਾ ਦੇ ਨਾਲ ਪੰਗਾ ਪਿਆ ਸੀ ਔਰ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋਈ। ਫਿਰ ਉਸ ਤੋਂ ਬਾਅਦ ਉਸ ਮਹਿਲਾ ਦੇ ਇੰਸਟੀਚਿਊਟ ਦੇ ਉੱਪਰ ਛਾਪੇਮਾਰੀ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਔਰ ਉਹ ਮਹਿਲਾ ਅੰਡਰਗਰਾਊਂਡ ਆ ਕਿਉਂਕਿ ਪਰਚਾ ਪੁਲਿਸ ਨੇ ਦਰਜ ਕਰ ਲਿਆ। ਜ਼ਮਾਨਤ ਵੀ ਸੈਸ਼ਨ ਕੋਰਟ ਨੇ ਖਾਰਜ ਕਰਤੀ ਸੀ। ਹਾਈ ਕੋਰਟ ਪਹੁੰਚੇ ਨੇ ਉਹ ਔਰ ਹਾਈ ਕੋਰਟ ਦੇ ਵਿੱਚ ਰਿਟ ਦਾਖਲ ਕੀਤੀ ਗਈ ਸੀ। ਸਾਡੇ ਨਾਲ ਵਕੀਲ ਰਣਦੀਪ ਸਿੰਘ ਵੜੈਚ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਮਹਿਲਾ ਵੀ ਸਾਡੇ ਨਾਲ ਨੇ। ਗੱਲਬਾਤ ਕਰਦੇ ਸਭ ਤੋਂ ਪਹਿਲਾਂ ਬੜੇ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸਿਓ, ਬਰੀਫ ਕਰਿਓ ਕੇਸ ਦਾ ਸਟੇਟਸ ਕੀ ਹੈ। ਹਾਈ ਕੋਰਟ ਪਹੁੰਚੇ ਹੋ ਤੁਸੀਂ? ਜਿਵੇਂ ਕਿ ਤੁਹਾਨੂੰ ਸਾਰੀ ਸਟੋਰੀ ਪਤਾ ਹੀ ਆ, ਮੈਡਮ ਜੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ, ਅਸੀਂ ਤਾਂ ਸੋਚਿਆ ਸੀ ਬੜੀ ਵਧੀਆ ਆਮ ਆਦਮੀ ਪਾਰਟੀ ਆਈ ਹੈ, ਲੋਕਾਂ ਦਾ ਫਾਇਦਾ ਕਰੂਗੀ, ਪਰ ਇਹਨਾਂ ਦੇ ਕੁਝ ਵਿਧਾਇਕ ਵਾਕਈ ਲੋਕਾਂ ਨਾਲ ਬੜਾ ਧੱਕਾ ਕਰ ਰਹੇ ਨੇ। ਇਹਨਾਂ ਦੇ ਸ਼ਿਕਾਰ ਮੈਡਮ ਨੇ। ਪਿਛਲੇ ਕਾਫੀ ਦਿਨਾਂ ਤੋਂ ਮੈਡਮ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਲੀਗਲ ਡਿਮਾਂਡਸ ਕੀਤੀਆਂ ਜਾ ਰਹੀਆਂ ਸੀ ਇਹਨਾਂ ਤੋਂ। ਇਹਨਾਂ ਨੂੰ ਇਕੱਲੇ ਘਰੇ ਤੇ ਆਫਿਸ ਬੁਲਾਇਆ ਜਾ ਰਿਹਾ ਸੀ ਵੀ ਤੁਸੀਂ ਸਾਨੂੰ ਇਕੱਲਿਆਂ ਨੂੰ ਆ ਕੇ ਮਿਲੋ ਤੇ ਮੈਡਮ ਇੱਕ ਦਿਨ ਆਪ ਹੀ ਉੱਥੇ ਪਹੁੰਚੇ ਵੀ ਦੱਸੋ ਜੀ ਮੈਂ ਆ ਗਈ, ਸਾਨੂੰ ਦੱਸੋ ਕੀ ਕਰਾਉਣਾ ਮੇਰੇ ਤੋਂ। ਉਹਦੀ ਵੀਡੀਓ ਆਡੀਓ ਆਈ ਹੋਈ ਆ, ਤੁਸੀਂ ਦੇਖੀ ਹੈ। ਉਸ ਤੋਂ ਬਾਅਦ ਮੈਡਮ ਨੇ ਉਹ ਰਿਕਾਰਡਿੰਗ ਕਰਕੇ ਉਸ ਦਿਨ ਉਹਨਾਂ ਦੇ ਆਫਿਸ ਤੋਂ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ, ਪਾਈ ਸੀਗੀ, ਉਹ ਵਾਇਰਲ ਹੋ ਗਈ। ਵੈਨ ਇਟ ਕੇਮ ਇਨਟੂ ਦੇਅਰ ਨੌਲੇਜ ਤਾਂ ਉਹ ਬਹੁਤ ਹੀ ਜ਼ਿਆਦਾ ਅਗਰੈਸਿਵ ਹੋ ਗਏ ਤੇ ਉਹਨਾਂ ਨੇ ਮੈਡਮ ਨੂੰ ਉਹ ਵਿਡਰੋ ਕਰਨ ਲਈ ਕਿਹਾ ਕਿ ਡਿਲੀਟ ਕਰੋ ਤੇ ਸਾਡੇ ਨਾਲ ਕੰਪਰੋਮਾਈਜ਼ ਕਰੋ। ਮੈਡਮ ਕਹਿੰਦੇ ਜਦੋਂ ਮੇਰੀ ਕੋਈ ਗਲਤੀ ਨਹੀਂ, ਮੈਂ ਜੋ ਤੁਸੀਂ ਮੇਰੇ ਨਾਲ ਕਰ ਰਹੇ ਹੋ ਉਹੀ ਮੈਂ ਦੱਸਿਆ ਲੋਕਾਂ ਨੂੰ ਵੀ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ। ਮੈਡਮ ਨੇ CM ਸਾਹਿਬ ਦਾ ਜਿਹੜਾ ਪੋਰਟਲ ਦਿੱਤਾ ਹੋਇਆ, ਨੰਬਰ ਦਿੱਤਾ ਹੋਇਆ, ਉਸ 'ਤੇ ਵੀ ਕੰਪਲੇਂਟ ਕੀਤੀ, ਵੱਖ-ਵੱਖ ਅਦਾਰਿਆਂ ਨੂੰ ਵੀ ਕੰਪਲੇਂਟਸ ਕੀਤੀਆਂ, ਪਰ ਸਾਨੂੰ ਮਾਨ ਸਾਹਿਬ ਵੱਲੋਂ ਵੀ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਕਰਕੇ ਜਦੋਂ ਨਹੀਂ ਮਿਲਿਆ ਤੇ ਇਹਨਾਂ ਨੇ ਕੋਈ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਇਹਨਾਂ ਦਾ ਜਿਹੜਾ ਇੰਸਟੀਚਿਊਟ ਸੀ ਰੋਜ਼ ਉਹਨੂੰ ਰੇਡ ਕੀਤਾ ਜਾਂਦਾ ਸੀ ਤੇ ਇੱਕ ਉਹਨਾਂ ਨੇ ਫਿਰ 25 ਤਰੀਕ ਨੂੰ ਇਹਨਾਂ ਦੇ ਉੱਪਰ ਪਰਚਾ ਦਰਜ ਕਰਵਾਤਾ ਵਿਦਿਨ ਹਾਫ ਐਨ ਆਰ। ਇੱਕ ਐਪਲੀਕੇਸ਼ਨ ਆਉਂਦੀ ਆ, ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਪਰਚਾ ਦਰਜ ਕਰਵਾਤਾ ਵਿਦਆਊਟ ਕੰਡਕਟਿੰਗ ਐਨੀ ਇਨਕੁਆਇਰੀ। ਇੰਨੇ ਟਾਈਮ ਦੇ ਵਿੱਚ ਸਾਡੀ ਪੰਜਾਬ ਪੁਲਿਸ DDR ਵੀ ਨਹੀਂ ਲਿਖਦੇ ਤੇ ਇੱਕ ਪਰਚਾ ਕਰਤਾ ਜਿਹਦੇ 'ਚ ਕੋਈ ਇਨਕੁਆਇਰੀ ਨਹੀਂ ਹੋਈ ਤੇ ਉਹਦੀ ਬੇਲ ਲਗਾਈ ਸੀ ਮੈਡਮ ਨੇ ਨੀਚੇ, ਉਹ ਰਿਜੈਕਟ ਹੋ ਗਈ ਕਿਉਂਕਿ ਉੱਥੇ ਉਹਨਾਂ ਨੇ ਕਿਹਾ ਜੀ ਸਾਡੇ ਕੋਲੇ ਤਾਂ ਇਹਨਾਂ ਦੇ ਖਿਲਾਫ 50 ਕੰਪਲੇਂਟਾਂ ਹੋਰ ਪੈਂਡਿੰਗ ਨੇ, ਇਹ ਤਾਂ ਕੰਮ ਹੀ ਫਰਾਡ ਦਾ ਨੇ ਜੀ, ਇਹ ਤਾਂ ਬਹੁਤ ਹੀ ਮਤਲਬ ਕਿ ਕੰਮ ਖਰਾਬ ਕਰ ਰਹੇ ਨੇ। ਹੁਣ ਅਸੀਂ ਇਹ ਹਾਈ ਕੋਰਟ ਆਏ ਨੇ, ਹਾਈ ਕੋਰਟ 'ਚ ਅਸੀਂ ਰਿਟ ਫਾਈਲ ਕੀਤੀ ਆ, ਸਾਰਿਆਂ ਨੂੰ ਬਾਏ ਨੇਮ ਪਾਰਟੀ ਬਣਾਇਆ, ਗਿਆਸਪੁਰਾ ਸਾਹਿਬ ਨੂੰ ਵੀ ਬਣਾਇਆ ਤੇ ਕੋਰਟ ਨੇ ਸਾਰੇ ਕੇਸਾਂ ਦਾ, ਉਹ ਕਹਿੰਦੇ ਵੀ ਕੋਰਟ ਨੇ ਬੜਾ ਸਖਤ ਰਵੱਈਆ ਅਪਣਾਇਆ। ਕੋਰਟ ਨੇ ਕਿਹਾ ਵੀ ਜੋ ਵੀ ਮੈਡਮ ਦੇ ਖਿਲਾਫ ਕੇਸ ਨੇ ਉਹਦਾ ਪ੍ਰੋਪਰ ਸਟੇਟਸ ਲੈ ਕੇ ਆਓ ਹਾਈ ਕੋਰਟ ਦੇ ਵਿੱਚ, ਜਿਹੜੀ ਕਿ ਹੁਣ ਪੈਂਡਿੰਗ ਆ। ਕੱਲ੍ਹ ਸਾਡਾ ਕੇਸ ਲੱਗਿਆ ਸੀਗਾ ਜੀ ਤੇ ਉਹ ਹੁਣ ਪੈਂਡਿੰਗ ਆ। 1 ਮਹੀਨੇ ਦਾ 1.5 ਮਹੀਨੇ ਦਾ ਟਾਈਮ ਦਿੱਤਾ ਹੈ ਕੋਰਟ ਨੇ, ਉਸ ਤੋਂ ਬਾਅਦ ਜੋ ਵੀ ਸਟੇਟਸ ਹੋਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ। ਗ੍ਰਿਫਤਾਰੀ ਵੀ ਇਹਨਾਂ ਦੀ ਹੋ ਸਕਦੀ ਹੈ, ਗ੍ਰਿਫਤਾਰੀ ਨੂੰ ਲੈ ਕੇ ਵੀ ਰੇਡ ਕੀਤੀਆਂ ਜਾ ਰਹੀਆਂ? ਬਿਲਕੁਲ ਜੀ, ਗ੍ਰਿਫਤਾਰੀ ਇੱਕ ਕੇਸ 'ਚੋਂ ਨਹੀਂ, ਇਹਨਾਂ ਦੀ ਕਿਸੇ ਵੀ ਕੇਸ 'ਚ ਹੋ ਸਕਦੀ ਆ ਕਿਉਂਕਿ ਸਾਹਮਣੇ ਵਾਲੇ ਬੰਦੇ ਕੋਈ ਆਮ ਬੰਦੇ ਨਹੀਂ, ਗਵਰਨਮੈਂਟ ਦੇ ਬੰਦੇ ਨੇ। ਸਾਰੀ ਜਿਹੜੀ ਪੁਲਿਸ ਆ ਬਾਉਂਡ ਆ ਉਹਨਾਂ ਦੀ ਗੱਲ ਸੁਣਨ ਵਾਸਤੇ, ਉਹ ਕੁਝ ਵੀ ਕਰਵਾ ਸਕਦੇ ਨੇ ਕਿਸੇ ਨੂੰ ਵੀ ਕਹਿ ਕੇ। ਮੈਡਮ ਦੇ ਨਾਲ ਕੋਈ ਬਾਤ ਘਾਟ ਵੀ ਹੋ ਸਕਦੀ ਹੈ ਕਿਉਂਕਿ
ਜਿਹੜੇ ਦੂਸਰੇ ਬੰਦੇ ਨੇ ਬੜੇ ਕ੍ਰਿਮੀਨਲ ਟਾਈਪ ਦੇ ਬੰਦੇ ਵੀ ਉਹਨਾਂ ਦੇ ਨਾਲ ਨੇ, ਟੀਮ ਦੇ ਵਿੱਚ ਨੇ, ਉਹ ਮੈਡਮ ਨੂੰ ਬੜਾ ਥ੍ਰੈਟ ਵੀ ਕਰ ਰਹੇ ਨੇ। ਉਹ ਵੀ ਅਸੀਂ ਵਿੱਚ ਲਿਖਿਆ ਹੈ ਵੀ ਕੋਈ ਵੀ ਮਿਸ ਹੈਪਨਿੰਗ ਮੈਡਮ ਦੇ ਨਾਲ ਹੋ ਸਕਦੀ ਆ। ਗ੍ਰਿਫਤਾਰੀ ਤਾਂ ਇੱਕ ਪਾਸੇ, ਕੁਝ ਮਾੜਾ ਹੋਰ ਵੀ ਹੋ ਸਕਦਾ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਨੀਤੂ ਜੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਦੱਸਿਓ ਪੂਰੀ ਕਹਾਣੀ ਹੋਇਆ ਕੀ ਸੀ, ਐਕਚੁਅਲ ਗੱਲ ਕੀ ਹੋਈ ਸੀ? ਕਿਉਂਕਿ ਐਮਐਲਏ ਵੱਲੋਂ ਵੀ ਦਾਅਵਾ ਕੀਤਾ ਜਾਂਦਾ, ਉਹ ਕਹਿੰਦੇ ਕਿ ਵੀ ਮੇਰੇ ਹਲਕੇ ਦੇ ਲੋਕ ਪਰੇਸ਼ਾਨ ਹੋਣਗੇ, ਮੈਂ ਤਾਂ ਗੱਲ ਸੁਣਨੀ ਹੈ ਕਹਿੰਦੇ। ਔਰ ਇਮੀਗ੍ਰੇਸ਼ਨ ਦੇ ਨਾਂ ਤੇ ਕਹਿੰਦੇ ਫਰਾਡ ਵੀ ਵੱਡੇ ਪੱਧਰ ਤੇ ਹੋ ਰਿਹਾ, 2-4 ਸਹੀ ਹੁੰਦੇ ਆ ਤਾਂ 10-15 ਕਹਿੰਦੇ ਫਰਾਡ ਕਰਨ ਵਾਲੇ ਵੀ ਹੁੰਦੇ ਆ। ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਮੈਨੂੰ ਸੁਣਵਾਈ ਕਰਨੀ ਪੈਂਦੀ ਜੀ ਸਰ, ਫਸਟ ਥਿੰਗ ਕਿ ਗਲਤ ਕਿੱਥੇ ਹੁੰਦਾ ਹੈ ਜਦੋਂ ਆਫਟਰ ਵੀਜ਼ਾ ਪੇਮੈਂਟ ਹੈ। ਇਹਨਾਂ ਕੋਲ ਇੱਕ ਕੇਸ ਗਿਆ ਸੀ ਪ੍ਰਭਜੋਤ ਸਟੂਡੈਂਟ ਦਾ। ਸਰ ਆਫਟਰ ਵੀਜ਼ਾ ਪੇਮੈਂਟ ਸੀ, ਪੇਮੈਂਟ ਸਾਡੇ ਵੱਲੋਂ ਲਗਾਈ ਗਈ ਸੀਗੀ, ਬੱਚੇ ਨਾਲ ਡਿਸਪਿਊਟ ਹੋਇਆ, ਅਸੀਂ ਪੁਲਿਸ ਸਟੇਸ਼ਨ ਮੇਰੇ ਵੱਲੋਂ ਕੰਪਲੇਂਟ ਕਰਵਾਈ ਗਈ, ਬੱਚਾ ਗਲਤ ਬੋਲ ਰਿਹਾ ਸੀ ਆਫਿਸ ਆ ਕੇ। ਤੇ ਸਰ ਉੱਥੇ ਸਾਡਾ ਕੰਪਰੋਮਾਈਜ਼ ਹੋਇਆ ਕਿ ਫਾਈਲ ਰੀਲਾਂਚ ਹੋਏਗੀ। ਫਾਈਲ ਰੀਲਾਂਚ ਹੋ ਗਈ ਹੈ ਨਾ, ਪੈਂਡਿੰਗ ਹੈ ਉਹਦਾ। ਸਰ ਜਦੋਂ ਵੀਜ਼ਾ ਆ ਜਾਏਗਾ ਫਿਰ ਦੇਖਦੇ ਹਾਂ ਨੈਕਸਟ ਕੀ ਕਰਨਾ ਹੈ। ਲੇਕਿਨ ਸਰ ਉਹ ਬੱਚੇ ਨੇ ਜਾ ਕੇ ਰਿਟਨ 'ਚ ਕੰਪਲੇਂਟ ਦੇ ਦਿੱਤੀ ਐਮਐਲਏ ਸਾਹਿਬ ਨੂੰ। ਫਸਟ ਥਿੰਗ ਕਿ ਮੈਂ ਵੀ, ਤੁਸੀਂ ਸਾਰੇ ਜਾਣਦੇ ਆ ਕਿ ਐਮਐਲਏ ਨੂੰ ਰਾਈਟ ਕਿਹਨੇ ਦਿੱਤਾ ਹੈ ਨਿਆਂਪਾਲਿਕਾ ਨੂੰ ਹੱਥ 'ਚ ਲੈਣ ਲਈ, ਜਦੋਂ ਸਾਡਾ ਪੁਲਿਸ ਸਟੇਸ਼ਨ 'ਚ ਕੰਪਰੋਮਾਈਜ਼ ਹੋਇਆ। ਫਿਰ ਇਹਦੇ ਪਰਸਨ, ਇਹਨਾਂ ਦਾ ਇੱਕ ਆਫਿਸ ਤੋਂ ਮੈਨੂੰ ਫੋਨ ਆਉਂਦਾ ਹੈ ਕਿ ਮੈਮ ਇਸ ਤਰ੍ਹਾਂ ਤੁਹਾਡੀ ਕੰਪਲੇਂਟ ਹੈ। ਮੈਂ ਕਿਹਾ ਡਜ਼ਨਟ ਮੈਟਰ, ਤੁਸੀਂ ਆਫਿਸ ਆਓ, ਮੋਸਟ ਵੈਲਕਮ, ਆਪਾਂ ਗੱਲ ਕਰਦੇ ਹਾਂ। 2 ਪਰਸਨ ਇਹਦੇ ਸਾਡੇ ਆਫਿਸ ਆਏ। ਫਿਰ ਤੋਂ ਉਹੀ ਗੱਲ ਹੋਈ ਕਿ ਕੋਈ ਇਸ਼ੂ ਨਹੀਂ ਹੈਗਾ, ਜਦੋਂ ਤੱਕ ਵੀਜ਼ਾ ਨਹੀਂ ਆਏਗਾ ਬੱਚਾ ਵੇਟ ਕਰੇਗਾ। ਔਰ ਬਾਹਰ ਚਲ ਜਾਂਦੇ ਨੇ, ਬਾਅਦ ਦੇ ਵਿੱਚ ਉਹ ਦੋਨੋਂ ਪਰਸਨ ਬੈਠੇ ਰਹਿੰਦੇ ਨੇ। ਤੇ ਸਰ ਉਹ ਮੈਨੂੰ ਕਹਿੰਦੇ ਨੇ ਕਿ ਮੈਮ ਇਸ ਤਰ੍ਹਾਂ ਤੁਸੀਂ ਸਾਨੂੰ 1 ਲੱਖ ਦੀ ਡਿਮਾਂਡ ਕੀਤੀ, ਇੱਕ ਪੇਟੀ ਦੀ ਕੀਤੀ, ਔਰ ਮੇਰੇ ਹਿਸਾਬ ਨਾਲ 1 ਲੱਖ ਹੀ ਸੀਗਾ। ਤੇ ਮੈਂ ਕਿਹਾ ਸਰ ਦੇਖੋ ਜੀ, ਮੇਰਾ ਕੰਮ 1 ਨੰਬਰ ਦਾ ਹੈ, ਮੈਂ ਕੋਈ ਨਹੀਂ ਤੁਹਾਡੀ ਡਿਮਾਂਡ ਪੂਰੀ ਕਰ ਸਕਦੀ। ਠੀਕ ਹੈ ਤੁਸੀਂ ਡਿਮਾਂਡ ਕਿੰਨੇ ਕੀਤੀ? ਸਰ ਜਿਹੜੇ ਉਹਨਾਂ ਦੇ ਪਰਸਨ ਆਏ ਸੀਗੇ ਜੀ, ਉਹਨਾਂ ਦੇ ਟੀਮ ਮੈਂਬਰ ਹੋਣਗੇ। ਤੇ ਸੈਕਿੰਡ ਡੇ ਸਰ ਮੈਨੂੰ ਫੋਨ ਉਹਦੇ ਬਾਰੇ ਦੱਸੀ ਵੀ ਨਾਂ ਲੈ ਕੇ ਵੀ ਤੁਹਾਡੇ ਐਮਐਲਏ ਨੂੰ ਦੱਸੀ ਤੁਸੀਂ ਇਸ ਦੇ ਬਾਰੇ ਜਾਣਕਾਰੀ ਕਿ ਇਸ ਨਾਂ ਦੇ ਬੰਦੇ ਨੇ ਡਿਮਾਂਡ ਕੀਤੀ ਹੈ? ਸਰ ਮੈਨੂੰ ਕੀ ਜ਼ਰੂਰਤ ਸੀਗੀ ਐਮਐਲਏ ਨੂੰ ਦੱਸਣ ਦੀ, ਉਹ ਕੋਈ ਜ਼ਰੂਰੀ ਨਹੀਂ ਸਮਝਿਆ ਮੈਂ ਉਸ ਚੀਜ਼ ਲਈ। ਸੈਕਿੰਡ ਡੇ ਮੈਨੂੰ ਫੋਨ ਆਂਦਾ ਕਰਨ ਸਿਓੜਾ ਦਾ, ਉਹ ਕਹਿੰਦੇ ਮੈਮ ਵੀ ਤੁਸੀਂ ਆਫਿਸ ਆਓ ਕਿ ਤੁਹਾਨੂੰ ਆਫਿਸ 'ਚ ਪੇਸ਼ ਹੋਣਾ ਪਏਗਾ। ਮੈਂ ਕਿਹਾ ਵਾਟ ਯੂ ਮੀਨ, ਕੀ ਕਹਿ ਰਹੇ ਹੋ ਤੁਸੀਂ ਪੇਸ਼ ਹੋਣਾ ਪਏਗਾ, ਹੈ ਨਾ, ਕਿਉਂ ਪੇਸ਼ ਹੋਣਾ ਪਏਗਾ? ਮੈਂ ਕਿਹਾ ਤੁਸੀਂ ਪੂਰਾ ਪ੍ਰਸ਼ਾਸਨ ਚਲਾ ਰਹੇ ਹੋ, ਮੈਨੂੰ ਸਟ੍ਰਿਕਟਲੀ ਗੱਲ ਕੀਤੀ, ਪ੍ਰਸ਼ਾਸਨ ਚਲਾ ਰਿਹਾ। ਕੌਣ ਨੇ ਜਿਨ੍ਹਾਂ ਦਾ ਜ਼ਿਕਰ ਕਰ ਰਹੇ? ਉਹ ਕਹਿ ਰਿਹਾ ਕਿ ਮੈਂ ਕੋਈ ਪੰਜਾਬ ਲੈਵਲ ਦਾ ਕੁਝ ਇਹਨਾਂ ਦਾ ਹੋਏਗਾ, ਡੋਨਟ ਨੋ ਕੀ ਹੈ ਜੀ, ਕੋਈ ਰੈਂਕ ਤੇ ਹੀ ਹੋਏਗਾ। ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਸਰ ਇੱਕ ਗੱਲ ਦੱਸੋ, ਤੁਸੀਂ ਪ੍ਰਸ਼ਾਸਨ ਨੂੰ ਚਲਾ ਰਹੇ ਹੋ ਔਰ ਤੁਹਾਡੇ ਬੰਦੇ ਕੱਲ ਵੀ ਆ ਕੇ ਕੰਪਰੋਮਾਈਜ਼ ਕਰ ਚੁੱਕੇ ਨੇ, ਹੈ ਨਾ, ਸਾਡਾ ਪੁਲਿਸ ਸਟੇਸ਼ਨ 'ਚ ਵੀ ਹੋ ਗਿਆ, ਫਿਰ ਕਿਉਂ ਬੁਲਾਇਆ ਗਿਆ ਮੈਨੂੰ? ਔਰ ਤੁਹਾਡੇ, ਮੈਂ ਕਿਹਾ ਐਮਐਲਏ ਨੂੰ ਰਾਈਟ ਕਿਹਨੇ ਦਿੱਤਾ ਹੈ ਐਪਲੀਕੇਸ਼ਨ ਲੈਣ ਦਾ? ਤੇ ਮੈਨੂੰ ਸਰ ਗੁੱਸਾ ਬਹੁਤ ਆਇਆ। ਮੈਂ ਕਿਹਾ ਐਮਐਲਏ ਸਾਹਿਬ ਕਿੱਥੇ ਨੇ? ਕਹਿੰਦੇ ਆਫਿਸ ਬੈਠੇ ਨੇ। ਮੈਂ ਕਿਹਾ 10 ਮਿੰਟ 'ਚ ਮੈਂ ਆਫਿਸ ਆ ਗਈ ਹਾਂ। ਔਰ ਮੈਨੂੰ ਸਰ ਇਹ ਨਹੀਂ ਸੀ ਸੋਚਿਆ, ਕਿਉਂਕਿ ਦੇਖੋ ਅਸੀਂ ਵੀ ਇਹਨਾਂ ਨੂੰ ਹੈ ਨਾ ਸਪੋਰਟਰ ਹੀ ਆ ਇਹਨਾਂ ਦੇ, ਐਮਐਲਏ ਅਸੀਂ ਹੀ ਬਣਾਇਆ ਹੋਇਆ। ਔਰ ਜਦੋਂ ਮੈਂ ਆਫਿਸ ਗਈ ਮੈਨੂੰ ਕੁਝ ਮੈਂ ਹੋਰ ਸੋਚਿਆ ਸੀ ਕਿ ਮੈਨੂੰ ਬੈਸਟ ਰਿਜ਼ਲਟਸ ਆਉਣਗੇ ਕਿ ਆਮ ਆਦਮੀ ਪਾਰਟੀ ਬੜੀ ਅੱਛੀ ਪਾਰਟੀ ਹੈ। ਮੈਂ ਆਪਣਾ ਫੋਨ ਪਹਿਲਾਂ ਹੀ ਰਿਕਾਰਡਿੰਗ ਤੇ ਲਗਾ ਲਿਆ। ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤਾਂ ਸਰ ਬਾਕੀ ਸਾਰੀ ਹਿਸਟਰੀ ਤੁਹਾਡੇ ਸਾਹਮਣੇ ਹੈ। ਔਰ ਕੱਲੀ ਨੂੰ ਮਿਲਣ ਦਾ ਕੀ ਮਤਲਬ ਹੈ ਸਰ ਜੀ? ਇਹ ਗੱਲ ਕਿੰਨੇ ਕੀ ਕੱਲੀ ਨੂੰ ਮਿਲਣ ਵਾਲੀ? ਕਰਨ ਸਿਓੜਾ ਜੀ ਨੇ ਕਿਹਾ ਕਿ ਤੁਸੀਂ ਐਮਐਲਏ ਸਾਹਿਬ ਨੂੰ ਪਰਸਨਲੀ ਮਿਲੋ। ਕਿਉਂ ਮਿਲਾਂ ਸਰ ਮੈਂ? ਤੁਸੀਂ ਪੇਸ਼ ਹੋ, ਕਿਉਂ ਪੇਸ਼ ਹੋਵਾਂ ਜੀ? ਨਹੀਂ, ਪੇਸ਼ ਹੋਣ ਲਈ ਜਿਹੜਾ ਐਮਐਲਏ ਦੇ ਦਫ਼ਤਰ ਕਹਿ ਰਹੇ ਸੀ ਕਿ ਤੁਸੀਂ ਐਮਐਲਏ ਦਫ਼ਤਰ ਆ ਕੇ ਪੇਸ਼ ਹੋਣਾ। ਸਰ ਕਿਸੇ ਦੱਸਿਆ ਹੀ ਨਹੀਂ ਕਿ ਕਿੱਥੇ ਪੇਸ਼ ਹੋ। ਹੁਣ ਕੋਈ ਪਰਸਨਲੀ ਦਾ ਮਤਲਬ ਕੀ ਹੋ ਸਕਦਾ ਹੈ ਜੀ? ਨਹੀਂ ਤਾਂ ਫਿਰ ਇੱਕ ਮੈਂ ਆਡੀਓ ਰਿਕਾਰਡਿੰਗ ਵੀ ਸੁਣਿਆ ਸੀਗਾ, ਉਸ ਆਡੀਓ ਰਿਕਾਰਡਿੰਗ 'ਚ ਵੀ ਜ਼ਿਕਰ ਹੋਇਆ ਉਹ ਜਿਸ ਤਰ੍ਹਾਂ ਦਾ, ਉਸ ਤੋਂ ਬਾਅਦ ਐਫਆਈਆਰ ਦਰਜ ਹੋਈ ਹੁਣ ਤਾਬੜਤੋੜ ਤੁਸੀਂ ਦੱਸਿਆ ਕਿ ਛਾਪੇਮਾਰੀ ਹੋ ਰਹੀ ਹੈ ਤੁਹਾਡੇ ਉੱਪਰ। ਸਰ ਬਿਲਕੁਲ ਉਸ ਤੋਂ ਬਾਅਦ ਹੋਈ ਹੈ। ਔਰ ਕੰਪਲੇਂਟਸ ਵੀ ਜਦੋਂ ਮੇਰੇ ਵੱਲੋਂ ਫਾਈਲਸ ਹੋ ਗਈਆਂ ਉਸ ਤੋਂ ਬਾਅਦ ਹੋਈਆਂ ਨੇ। ਸਰ ਦੇਖੋ 4 ਸਾਲ ਤੋਂ ਮੈਂ ਕੰਮ ਕਰ ਰਹੀ ਹਾਂ, ਉਸ ਤੋਂ ਪਹਿਲਾਂ ਕੰਪਲੇਂਟਸ ਕਿੱਥੇ ਸੀ? ਹੁਣ ਜਿਹੜੇ ਇੰਨੇ ਪਰਸਨ ਆ ਰਹੇ, ਹੁਣ ਉਹਨਾਂ ਨੂੰ ਪ੍ਰੋਬਲਮ ਕਿਉਂ ਹੋ ਰਹੀ ਹੈ? ਔਰ ਇੱਕ ਐਮਐਲਏ ਦੇ ਕੋਲ ਕਿਉਂ ਜਾ ਰਹੇ ਨੇ? ਹੋਰ ਵੀ ਪੰਜਾਬ 'ਚ ਐਮਐਲਏ ਨੇ, ਉਹਨਾਂ ਨੇ ਤਾਂ ਕਦੀ ਕਿਸੇ ਨੇ ਮੈਨੂੰ ਅਪਰੋਚ ਨਹੀਂ ਕੀਤਾ। ਇਹਨਾਂ ਨੂੰ ਕੀ ਪ੍ਰੋਬਲਮ ਹੈ ਮੇਰੇ ਤੋਂ ਜੀ? ਫਿਰ ਇਹਨਾਂ ਨੇ ਉਸ ਤੋਂ ਬਾਅਦ ਸਰ ਇੱਕ ਕਾਨਫਰੰਸ ਕੀਤੀ ਹੈ ਕਿ ਮੈਡਮ ਕੋਲ 10 ਕਰੋੜ ਰੁਪਏ ਆਏ, ਹੈ ਨਾ, ਇਹਨਾਂ ਦਾ ਹੈ ਨਾ ਵੇਅਰਿੰਗ ਸਟਾਈਲ ਇਹ ਹੈਗਾ ਹੈ ਕਿ ਰੇਂਜ ਰੋਵਰ ਇਹਨਾਂ ਕੋਲ ਕਿੱਥੋਂ ਆਈ ਹੈ। ਸਰ ਵਾਈ? ਉਹ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ? ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੀ ਇਨਕਮ ਦਾ ਅਸੀਂ ਪੁਲਿਸ ਤੋਂ ਪਤਾ ਕਰਾਂਗੇ। ਇਹ ਪੁਲਿਸ ਡਿਪਾਰਟਮੈਂਟ ਨੂੰ ਕਦੋਂ ਤੋਂ ਹੈ ਨਾ ਅਥਾਰਟੀ ਮਿਲ ਗਈ ਕਿ ਮੇਰੇ ਹੈ ਨਾ ਇਨਕਮ ਦਾ ਉਹ ਪਤਾ ਕਰਨਗੇ। ਇਹ ਸਾਰੀਆਂ ਸਰ ਤੁਸੀਂ ਸੁਣੀਆਂ ਹੀ ਰਿਕਾਰਡਿੰਗ 'ਚ ਗੱਲਾਂ। ਜਦੋਂ ਤੁਸੀਂ ਮੌਕੇ ਤੇ ਗਏ, ਐਮਐਲਏ ਦੇ ਨਾਲ ਮੁਲਾਕਾਤ ਹੋਈ ਤੁਹਾਡੀ, ਔਰ ਉਸ ਸਮੇਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ 1 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ, ਉਹ ਜਿਹੜਾ ਤੁਹਾਨੂੰ ਕਾਲ ਆਈ ਸੀ ਉਸ ਦੇ ਬਾਰੇ ਤੁਸੀਂ ਗੱਲਬਾਤ ਕੀਤੀ ਉਸ ਸਮੇਂ? ਗੱਲ ਤਾਂ ਕਰਦੀ ਨਾ, ਉਹਨਾਂ ਨੂੰ ਤਾਂ ਮੇਰੀ ਡਿਮਾਂਡ ਇਹ ਸੀ ਕਿ ਉਹ ਪਰਸਨ ਨੂੰ ਮੇਰੇ ਸਾਹਮਣੇ ਬੁਲਾਇਆ ਜਾਵੇ, ਮੈਂ ਪਬਲਿਕਲੀ ਪੁੱਛਾਂ। ਮੇਰੀ ਗੱਲ ਹੀ ਨਹੀਂ, ਮੈਨੂੰ ਸੁਣੀ ਨਹੀਂ ਗਈ। ਉਹ ਕਹਿੰਦੇ ਸਾਡੀ ਪਰਸਨ ਤਾਂ ਐਵੇਂ ਹੀ ਕਰਨਗੇ, ਐਵੇਂ ਹੀ ਧੱਕਾ ਕਰਨਗੇ, ਤੁਸੀਂ ਜੋ ਕਰਨਾ। ਮੈਂ ਕਿਹਾ ਸਰ ਫਿਰ ਮੈਂ ਤੁਹਾਡੀ ਵੀ ਕੰਪਲੇਂਟ ਕਰਵਾਉਂਗੀ। ਐਮਐਲਏ ਸਾਹਿਬ ਨੂੰ ਕਿਹਾ ਕਹਿੰਦੇ ਜਿੱਥੇ ਮਰਜ਼ੀ ਕਰਾ ਦਿਓ, ਜੋ ਤੁਸੀਂ ਕਰਨਾ ਕਰ ਲਓ, ਠੀਕ ਹੈ, ਇਹ ਤਾਂ ਐਵੇਂ ਹੀ ਹੋਏਗਾ। ਫਿਰ ਸਰ ਇਹਨਾਂ ਨੇ ਐਸਐਚਓ ਦੋਰਾਹਾ ਨੂੰ ਫੋਨ ਕੀਤਾ ਕਿ ਇਹਨਾਂ ਦੇ ਆਫਿਸ ਜਾਓ, ਸਾਰੇ ਡਾਕੂਮੈਂਟ ਚੈੱਕ ਕਰੋ ਔਰ ਲੋਕ ਲਗਵਾ ਦਿਓ। ਕਿਉਂ ਸਰ? ਮੇਰੇ ਕੋਲ ਸਾਰੇ ਲਾਇਸੈਂਸ ਨੇ, ਅਸੀਂ ਟੈਕਸ ਫੇਲ ਕਰਦੇ ਹਾਂ। ਫਿਰ ਉਹ ਕੌਣ ਹੁੰਦੇ ਕਹਿਣ ਵਾਲੇ?
ਗਵਰਨਮੈਂਟ ਵੱਲੋਂ ਅਪਰੂਵਡ ਹੈ ਤੁਹਾਡਾ? ਬਿਲਕੁਲ ਸਰ ਅਪਰੂਵਡ ਹੈ ਜੀ। ਔਰ ਸੀਸੀਟੀਵੀ ਫੁਟੇਜ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸੀਸੀਟੀਵੀ ਫੁਟੇਜ ਔਰ ਸਾਰੀਆਂ ਚੀਜ਼ਾਂ ਹੋਰ ਕਈ ਪੋਲੀਟੀਸ਼ੀਅਨਸ ਨੇ ਵੀ ਉਸ ਦਾ ਜੋ ਟਵੀਟ ਸੀ ਉਹ ਵੀ ਸਾਂਝੇ ਕੀਤੇ, ਸੋਸ਼ਲ ਮੀਡੀਆ ਤੇ ਵੀ ਉਸ ਚੀਜ਼ ਦੀ ਚਰਚਾ ਹੋਈ। ਸਮਝਿਆ ਕੀ ਜਾਵੇ ਇਸ ਨੂੰ ਸੌਟ ਆਊਟ ਕਿਵੇਂ ਹੋਊਗਾ ਇਹ ਪੂਰਾ ਮਸਲਾ? ਸਰ ਮੈਂ ਸੀਐਮ ਸਾਹਿਬ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਜਿੰਨੇ ਵੀ ਇਹਨਾਂ ਦੇ ਐਮਐਲਏ ਕੁਝ ਹੈਗੇ ਨੇ ਗਲਤ ਕੰਮ ਕਰ ਰਹੇ ਨੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਔਰ ਪੁਲਿਸ ਨੂੰ ਫ੍ਰੀ ਕਰ ਦਿੱਤਾ ਜਾਵੇ। ਇਹ ਬਦਲਾਵ ਦੀ ਰੋਜ਼ ਗੱਲ ਕਰੇ ਨਾ ਕਿ ਬਦਲਾਵ ਹੋਏਗਾ, ਬਦਲਾਵ ਤਾਂ ਹੋਏਗਾ ਕੋਈ ਵੀ ਐਮਐਲਏ ਕੋਈ ਵੀ ਪੀਏ ਕਿਸੇ ਵੀ ਪੁਲਿਸ ਆਫੀਸਰ ਨੂੰ ਫੋਨ ਨਾ ਕਰੇ, ਕਿਉਂਕਿ ਜੋ ਉਹਨਾਂ ਦਾ ਕੰਮ ਹੈਗਾ ਉਹ ਸਹੀ ਕਰਨਗੇ। ਜਦੋਂ ਪ੍ਰੈਸ਼ਰਾਈਜ਼ ਹੋਣਗੇ ਕੰਮ ਕਿਵੇਂ ਸਹੀ ਹੋਏਗਾ? ਕਿਵੇਂ ਕਵਾਂਗੇ ਬਦਲਾਵ ਆਏਗਾ? ਆ ਹੀ ਨਹੀਂ ਸਕਦਾ ਸਰ। ਹਾਓ? ਮੈਨੂੰ ਨਹੀਂ ਲੱਗਦਾ ਜੀ। ਉਹਨਾਂ ਵੱਲੋਂ ਲੌਜੀਕ ਇਹ ਦਿੱਤਾ ਜਾਂਦਾ ਹੈ, ਖਾਸ ਕਰਕੇ ਬਹੁਤ ਸਾਰੇ ਲੋਕਾਂ ਵੱਲੋਂ ਕਹਿੰਦੇ ਕਿ ਫਰਾਡ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ। ਔਰ ਇਸ ਕੇਸ ਦੇ ਬਾਰੇ ਵੀ ਤੁਸੀਂ ਜ਼ਰੂਰ ਡਿਟੇਲ ਮੈਂ ਚਾਹੂੰਗਾ ਕਿ ਉਹ ਵੀ ਜ਼ਰੂਰ ਇੱਕ ਵਾਰ ਦੱਸਿਓ ਕਿ ਪੂਰਾ ਘਮਾਸਾਨ ਕਿਹੜੀ ਗੱਲੋਂ ਪਿਆ ਸੀ। ਜਿਵੇਂ ਤੁਸੀਂ ਦੱਸਿਆ ਕਿ ਫਾਈਲ ਦਾ ਸਟੇਟਸ ਕੀ ਹੈ ਜਿਹੜਾ ਤੁਸੀਂ ਅਪਲਾਈ ਕਰਿਆ, ਰੀਅਪਲਾਈ ਕੀਤੀ, ਰੀਲਾਂਚ ਕੀਤੀ ਹੋਈ ਹੈ ਫਾਈਲ? ਸਰ ਫਾਈਲ ਦਾ ਸਟੇਟਸ ਇਹ ਸੀ ਕਿ ਬੱਚੇ ਦੀ ਰਿਫਿਊਜ਼ਲ ਆ ਗਈ ਸੀ, ਕੈਨੇਡਾ ਲਈ ਫਾਈਲ ਲੱਗੀ ਹੋਈ ਸੀਗੀ, ਅਵਲੋਨ ਕਾਲਜ ਸੀਗਾ। ਸਰ ਹੁਣ ਦੇਖੋ ਆਪਣੇ ਮੋਦੀ ਸਾਹਿਬ ਸੀਗੇ, ਉਹਨਾਂ ਨੂੰ ਬੈਨ ਕਰਤਾ ਸੀ ਅਮਰੀਕਾ ਨੇ, ਫਿਰ ਇਹਨਾਂ ਨੇ ਅਮਰੀਕਾ ਦੀ ਅੰਬੈਸੀ ਤੇ ਵੀ ਉਹ ਕਰਦੇ ਐਪਲੀਕੇਸ਼ਨ ਲੈ ਲੈਂਦੇ ਐਮਐਲਏ ਸਾਹਿਬ ਕਿ ਤੁਸੀਂ ਕਿਉਂ ਨਹੀਂ ਵੀਜ਼ਾ ਦਿੱਤਾ। ਵੀਜ਼ਾ ਦੇਣਾ ਅੰਬੈਸੀ ਦਾ ਕੰਮ ਹੈ, ਸਾਡਾ ਕੰਮ ਹੈ ਪ੍ਰੋਸੈਸਿੰਗ ਦਾ, ਠੀਕ ਹੈ। ਅਸੀਂ ਫਾਈਲ ਵੀ ਰੀਲਾਂਚ ਕਰ ਦਿੱਤੀ, ਪੇਮੈਂਟ ਵੀ ਸਾਡੀ ਲੱਗੀ ਹੋਈ, ਫਿਰ ਉਹਨਾਂ ਨੂੰ ਕੀ ਪ੍ਰੋਬਲਮ ਹੈ ਸਰ? ਉਹਨਾਂ ਵੱਲੋਂ ਕੋਈ ਪੇਮੈਂਟ ਨਹੀਂ ਦਿੱਤੀ ਗਈ ਸਰ, ਸਿੰਗਲ ਕੋਇਨ ਨਹੀਂ ਲਿਆ ਗਿਆ, ਫਿਰ ਕਿਵੇਂ ਕਹਿ ਸਕਦੇ ਹੋ ਜੀ? ਫਿਰ ਜਿਹੜੀ ਰੇਡ ਕੀਤੀ ਜਾ ਰਹੀ ਹੈ ਹੁਣ ਤੁਹਾਡੇ ਦਫ਼ਤਰ ਤੇ ਰੇਡ ਕੀਤੀ ਜਾ ਰਹੀ, ਤੁਸੀਂ ਦੱਸੋ ਕਿ ਡਾਕੂਮੈਂਟ ਸੀਲ ਕਰ ਦਿੱਤੇ ਗਏ ਸਾਰੇ? ਸਰ ਉਹਦਾ ਦੇਖੋ ਜੇ ਤਾਂ ਮੈਂ 1 ਲੱਖ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੰਦੀ ਜਾਂ ਉਹਨਾਂ ਨੂੰ ਮੈਂ ਪਰਸਨਲੀ ਮਿਲ ਲੈਂਦੀ ਫਿਰ ਕੋਈ ਇਸ਼ੂ ਹੀ ਨਹੀਂ ਸੀਗਾ। ਪਰ ਸਰ ਮੇਰੀ ਵੀ ਦੇਖੋ ਸੈਲਫ ਰਿਸਪੈਕਟ ਹੈ, ਮੈਂ ਨਹੀਂ ਮਿਲਾਂਗੀ, ਮੈਂ ਕੋਈ ਗਲਤ ਕੰਮ ਨਹੀਂ ਕਰਾਂਗੀ। ਬੇਸ਼ੱਕ ਸਰਕਾਰ ਹੋਵੇ ਚਾਹੇ ਕੋਈ ਐਮਐਲਏ ਹੋਵੇ, ਝੁਕਣਾ ਨਹੀਂ ਹੈ ਬਿਲਕੁਲ। ਨਹੀਂ 1 ਲੱਖ ਜਿਹੜਾ 1 ਲੱਖ ਰੁਪਏ ਡਿਮਾਂਡ ਕੀਤੀ ਜਾ ਰਹੀ ਸੀ ਉਹ ਮਹੀਨੇ ਦੇ ਹਿਸਾਬ ਨਾਲ ਜਾਂ ਕੀ ਉਹਨਾਂ ਨੇ ਪੂਰਾ ਪ੍ਰੋਸੈਸ ਦੱਸਿਆ ਤੁਹਾਨੂੰ ਕਿ ਸਾਡੇ ਨਾਲ ਡੀਲ ਕਰੋ ਇਸ ਤਰ੍ਹਾਂ ਦੀ? ਕਿਉਂ ਡੀਲ ਕਰੋ? ਜੀ ਸਰ ਉਹਨਾਂ ਨੇ ਪਰ ਮੰਥ ਹੀ ਕਿਹਾ ਸੀਗਾ ਜੀ। ਮਤਲਬ ਇਹੋ ਜਿਹਾ ਤੁਸੀਂ ਕੋਈ ਹੋਰ ਉਹਨਾਂ ਕੋਲੇ ਕੀ ਇਹੋ ਜਿਹੇ ਸਬੂਤ ਸੀਗੇ ਕਿ ਤੁਹਾਡੇ ਤੋਂ ਪਰ ਮੰਥ ਜਾਂ ਮੰਥਲੀ ਦੀ ਡਿਮਾਂਡ ਉਹਨਾਂ ਨੇ ਕੀਤੀ, ਉਹਨਾਂ ਦੇ ਬੰਦਿਆਂ ਵੱਲੋਂ ਕੀਤੀ ਗਈ? ਇਸ ਦੇ ਬਾਰੇ ਤੁਹਾਨੂੰ ਦੱਸਣਾ ਤਾਂ ਜ਼ਰੂਰ ਚਾਹੀਦਾ ਸੀਗਾ ਐਮਐਲਏ ਦੇ ਕੋਲੇ ਜਾਂ ਹੋਰ ਉੱਪਰ ਹਾਇਰ ਅਥਾਰਟੀ ਨੂੰ ਤੁਸੀਂ ਜਾਣਕਾਰੀ ਦਿੱਤੀ ਇਸ ਦੇ ਬਾਰੇ ਕਿ ਮੇਰੇ ਤੋਂ ਤਾਂ ਭਾਈ ਇਸ ਤਰ੍ਹਾਂ ਦੀ ਡਿਮਾਂਡ ਕੀਤੀ ਜਾ ਰਹੀ, ਤੁਹਾਡੀ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਸੁਧਾਰ ਲੈ ਕੇ ਆਉਣਾ, ਬਟ ਗਰਾਊਂਡ ਲੈਵਲ ਤੇ ਚੱਲ ਕੀ ਰਿਹਾ? ਸਰ ਮੈਂ ਸੀਐਮ ਸਾਹਿਬ ਦੇ ਜਿਹੜਾ ਪੋਰਟਲ ਨੰਬਰ ਦਿੱਤਾ ਉਹਦੇ ਤੇ ਰਿਟਨ ਦੇ ਵਿੱਚ ਵੀ ਕੰਪਲੇਂਟ ਦਿੱਤੀ ਹੁੰਦੀਆਂ ਹਨ, ਆਡੀਓ ਵੀ ਉਹਨਾਂ ਨਾਲ ਸ਼ੇਅਰ ਕੀਤੀਆਂ ਨੇ ਤੇ ਮੈਂ ਡੀਜੀਪੀ ਆਫਿਸ ਵੀ ਕੀਤੀ ਹੈ ਨਾ, ਪੀਐਮ ਤੱਕ ਕਿ ਜਿੱਥੇ ਤੱਕ ਮੇਰਾ ਹੋ ਸਕਦਾ ਸੀ ਮੈਂ ਨਾ ਆਨਲਾਈਨ ਕੰਪਲੇਂਟਸ ਕੀਤੀਆਂ ਨੇ ਤੇ ਉਹ ਵੀ ਅੰਡਰ ਪ੍ਰੋਸੈਸ ਚੱਲ ਰਿਹਾ ਸਾਰਾ ਕੁਝ ਜੀ। ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਤੁਹਾਡੇ ਤੇ, ਕਦੇ ਵੀ ਗ੍ਰਿਫਤਾਰੀ ਵੀ ਹੋ ਸਕਦੀ ਹੈ? ਜੀ ਬਿਲਕੁਲ ਹੋ ਰਹੀ ਹੈ। ਔਰ ਸਰ ਮੇਰੇ ਹਸਬੈਂਡ ਹੈ ਨਹੀਂ, ਮੇਰਾ ਬੇਟਾ ਕਿਸੇ ਕੋਲ ਰਹਿ ਰਿਹਾ ਔਰ ਮੈਂ ਉਸ ਦੇ ਲਈ ਬਹੁਤ ਜ਼ਿਆਦਾ ਵਰੀਡ ਹਾਂ ਜੀ। ਅੱਛਾ ਤੁਹਾਡੇ ਹਸਬੈਂਡ ਨਹੀਂ ਹੈ, ਬੇਟਾ ਕਿਸੇ ਹੋਰ ਕੋਲ ਕਿਸੇ ਦੇ ਘਰੇ ਰਹਿ ਰਿਹਾ? ਜੀ ਜੀ ਸਰ ਬਿਲਕੁਲ। ਤੁਹਾਨੂੰ ਆਸ ਉਮੀਦ ਕੀ ਨਜ਼ਰ ਆ ਰਹੀ ਹੈ? ਸਰ ਮੈਨੂੰ ਆਪਣੀ ਜੁਡੀਸ਼ੀਅਲ ਤੇ ਹੀ ਹੈ ਫੇਥ, ਇਹਨਾਂ ਤੇ ਤਾਂ ਨਹੀਂ ਹੈ ਕੋਈ ਜੀ, ਕਿਉਂਕਿ ਹਜੇ ਤੱਕ ਤਾਂ ਮੈਨੂੰ ਡਰਾਉਣ ਧਮਕਾਉਣ ਦੀਆਂ ਹੀ ਗੱਲਾਂ ਮਿਲ ਰਹੀਆਂ ਨੇ ਹੈ ਨਾ, ਕੋਈ ਐਵੇਂ ਦੀ ਗੱਲ ਤਾਂ ਲੱਗੀ ਨਹੀਂ ਮੈਨੂੰ, ਇਨਸਾਨੀਅਤ ਤਾਂ ਲੱਗੀ ਨਹੀਂ। ਜਿਹੜੇ ਐਮਐਲਏ ਸਾਹਿਬ ਇਹਨਾਂ ਨੇ ਬਣਾਏ ਨੇ ਮੈਨੂੰ ਤਾਂ ਲੱਗਦਾ ਉਹ ਕਿ ਪੰਚਾਇਤ ਮੈਂਬਰ ਬਣਨ ਦੇ ਵੀ ਲਾਇਕ ਨਹੀਂ ਆ ਉਹ ਪਰਸਨ ਜੀ। ਹੁਣ ਤਾਂ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਜਿਤਾਇਆ। ਖੈਰ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਦਾ, ਜਿਵੇਂ ਇੱਕ ਤੋਂ ਇੱਕ ਬਾਅਦ ਵਿੱਚ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਈ ਪਰਚੇ ਤੁਹਾਡੇ ਉੱਪਰ ਦਰਜ ਕੀਤੇ ਆ, ਕਿਸੇ ਵੀ ਪਰਚੇ ਦੇ ਵਿੱਚ ਤੁਹਾਡੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ। ਪੁਲਿਸ ਦੇ ਵੱਲੋਂ ਅਪਰੋਚ ਜਾਂ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤੁਸੀਂ ਪੇਸ਼ ਹੋਵੋ ਜਾਂ ਇਸ ਕੇਸ ਦੇ ਬਾਰੇ ਗੱਲਬਾਤ ਕਰੋ? ਸਰ ਉਹ ਪੁਲਿਸ ਵੀ ਤਾਂ ਉਹਨਾਂ ਦੇ ਅੰਡਰ ਹੈ। ਹੁਣ ਦੇਖੋ ਦੁਰਾਹੇ ਪੁਲਿਸ ਸਟੇਸ਼ਨ 'ਚ ਮੇਰੀ ਕੰਪਲੇਂਟ ਕੀਤੀ ਗਈ ਹੈ 6 ਲੱਖ ਦੀ, 2 ਮਹੀਨੇ ਹੋ ਗਏ ਕਿ ਮੇਰੇ ਪੇਮੈਂਟ ਮੇਰਾ ਬੰਦਾ ਵਾਪਸ ਨਹੀਂ ਦੇ ਰਿਹਾ, ਉਹਦੇ ਤੇ ਹਜੇ ਤੱਕ ਕਾਰਵਾਈ ਨਹੀਂ ਹੋਈ। ਇੱਧਰ 3,70,000 ਦੀ ਅਮਾਊਂਟ ਦੇ ਉੱਤੇ ਮੇਰੇ ਤੇ ਪਰਚਾ ਵੀ ਕਰ ਦਿੱਤਾ ਗਿਆ ਔਰ ਮੇਰੀ ਸਟੇਟਮੈਂਟ ਵੀ ਨਹੀਂ ਲਈ ਗਈ। ਫਿਰ ਇਹਨੂੰ ਕੀ ਕਹਿ ਸਕਦੇ ਨੇ, ਕੀ ਕਹਿ ਸਕਦੇ ਸਰ? ਪੋਲੀਟੀਕਲ ਧੱਕਾ ਹੀ ਕਹਿ ਸਕਦੇ ਆ, ਹੋਰ ਮੈਨੂੰ ਤਾਂ ਕੁਝ ਨਹੀਂ ਲੱਗ ਰਿਹਾ। ਤੁਸੀਂ 1 ਲੱਖ ਰੁਪਏ ਦੀ ਗੱਲ ਕਹਿ ਰਹੇ ਹੋ, ਵਰਬਲੀ ਉਹਨਾਂ ਨੇ ਡਿਮਾਂਡ ਕੀਤੀ ਜਾਂ ਫੋਨ ਤੇ ਗੱਲ ਹੋਈ, ਕੋਈ ਇਸ ਤਰ੍ਹਾਂ ਦੀ ਵੀ ਰਿਕਾਰਡਿੰਗ? ਆਫਿਸ ਦੇ ਵਿੱਚ ਆ ਕੇ ਸੀਸੀਟੀਵੀ ਕੈਮਰੇ 'ਚ ਸਾਰੀਆਂ ਪਿਕਸ ਪਈਆਂ ਹੋਈਆਂ ਨੇ, ਅੱਧਾ ਘੰਟਾ ਮੇਰੇ ਕੋਲੋਂ ਬੈਠ ਕੇ ਗਏ ਨੇ। ਉਸ ਚੀਜ਼ ਦਾ ਕੋਈ ਸਬੂਤ, ਕੋਈ ਰਿਕਾਰਡਿੰਗ ਹੈ ਤੁਹਾਡੇ ਕੋਲ? ਸਰ ਉਹ ਸਾਰੇ ਦੇਵਾਂਗੇ ਜੀ। ਵਕੀਲ ਸਾਹਿਬ ਹੁਣ ਸਟੇਟਸ ਮੈਂ ਇੱਕ ਵਾਰ ਜ਼ਰੂਰ ਚਾਹੂੰਗਾ ਕਿ ਜਿਵੇਂ ਕਈ ਪਰਚੇ ਇਹਨਾਂ ਦੇ ਉੱਪਰ ਦਰਜ ਹੋਏ ਆ, ਕਿ ਗ੍ਰਿਫਤਾਰੀ ਇਹਨਾਂ ਦੀ ਕਦੇ ਵੀ ਹੋ ਸਕਦੀ ਹੈ? ਸਾਡੇ ਕੋਲੇ ਅਜੇ ਤੱਕ ਇੱਕੋ ਹੀ ਪਰਚੇ ਦੀ ਰਿਪੋਰਟ ਆਈ ਹੈ ਜੀ ਵੀ ਇਹੀ ਪਰਚਾ ਦਰਜ ਆ। ਬਾਕੀ ਤਾਂ ਜਦੋਂ ਅਸੀਂ ਇਹਨਾਂ ਨੇ ਬੇਲ ਫਾਈਲ ਕੀਤੀ ਸੀ ਮੈਡਮ ਨੇ ਨੀਚੇ ਕੋਰਟ ਦੇ ਵਿੱਚ, ਉਦੋਂ ਉਹਨਾਂ ਨੇ ਕਿਹਾ ਵੀ ਅਸੀਂ ਜੀ ਬਹੁਤ ਕੰਪਲੇਂਟਸ ਮੰਗਾਈਆਂ ਹੋਈਆਂ ਨੇ ਤੇ ਵੀ ਬਹੁਤ ਬੜੇ ਲੈਵਲ ਤੇ ਮੈਡਮ ਦਾ ਕੰਮ ਆ ਜੀ, ਇਸ ਕਰਕੇ ਇਹਦੀ ਇਨਕੁਆਇਰੀ ਕਰਨੀ ਆ। ਅਸੀਂ ਉੱਤੋਂ ਬਹੁਤ ਇਹਨਾਂ ਦੇ ਆਈ ਕਾਰਡ, ਇਹਨਾਂ ਦੇ ਵਿਜ਼ਿਟਿੰਗ ਕਾਰਡ ਅਸੀਂ ਲੱਭੇ ਨੇ ਜੀ, ਬਹੁਤ ਸਾਨੂੰ ਸਨਸਨੀਖੇਜ਼ ਉੱਤੋਂ ਸਮਾਨ ਮਿਲਿਆ ਜੀ, ਵਿਜ਼ਿਟਿੰਗ ਕਾਰਡਸ ਮਿਲੇ ਜਿਹੜਾ ਕਿ ਸਨਸਨੀਖੇਜ਼ ਹੋ ਗਏ ਤੇ ਉਹ ਪੂਰਾ ਡਿਟੇਲ 'ਚ ਜੱਜ ਸਾਹਿਬ ਨੇ ਲਿਖਾਇਆ ਵੀ ਆਰਡਰ ਦੇ ਵਿੱਚ। ਤੇ ਉੱਥੇ ਸਾਡੇ ਵਕੀਲ ਸਾਹਿਬ ਨੇ ਬਹਿਸ ਵੀ ਕੀਤੀ ਸੀ ਨੀਚੇ
ਵੀ ਇਹ ਜਿਹੜੀ ਕੰਪਲੇਂਟਸ ਨੇ ਇਹ ਵਿਦਿਨ 1 ਵੀਕ ਹੀ ਕਿਉਂ ਆਈਆਂ ਨੇ ਸਾਰੀਆਂ, ਜਾਂ ਇਹ ਜਿਹੜਾ ਸਨਸਨੀਖੇਜ਼ ਸਮਾਨ ਮਿਲਿਆ 13 ਤਰੀਕ ਤੋਂ ਬਾਅਦ ਹੀ ਕਿਉਂ ਮਿਲਿਆ ਜਦੋਂ ਮੈਡਮ ਨੇ ਉਹ ਪੋਰਟਲ ਦੇ ਉੱਪਰ ਇਹ ਕੰਪਲੇਂਟ ਇਹਨਾਂ ਦੀ ਫਾਈਲ ਕਰਤੀ। ਠੀਕ ਹੈ ਨਾ, ਕਿਤੇ ਮਤਲਬ ਅੰਡਰਗਰਾਉਂਡ ਹੀ ਰਹਿ ਰਹੇ ਨੇ ਇਹ ਅੰਡਰਗਰਾਉਂਡ ਨੇ ਜੀ। ਉਹ ਵੀ ਅੱਜ ਇਹ ਆਏ ਸੀ ਕੇਸ ਦੇ ਵਿੱਚ, ਇਹਨਾਂ ਦੇ ਸਾਈਨ ਵਗੈਰਾ ਚਾਹੀਦੇ ਸੀਗੇ। ਉਹ ਅਸੀਂ ਹੋਰ ਵੀ ਐਪਲੀਕੇਸ਼ਨਸ ਫਾਈਲ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਕੰਪਰੋਮਾਈਜ਼ ਲਈ ਤੇ ਕੇਸ ਵਿਡਰਾਅ ਕਰਨ ਵਾਸਤੇ ਵੀ ਉਹ ਅਪਰੋਚ ਕਰ ਰਹੇ ਨੇ ਵੀ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰੋ, ਅਸੀਂ ਤੁਹਾਡੇ ਸਾਰੇ ਕੇਸ ਖਤਮ ਕਰ ਦਾਂਗੇ, ਸਾਡੇ ਹੱਥ 'ਚ ਆ ਸਾਰਾ ਕੁਝ। ਹੁਣ ਅਸੀਂ ਕੋਰਟ 'ਚ ਆ ਗਏ, ਕੋਰਟ ਆਪੀ ਜੋ ਵੀ ਸਾਡੇ ਹੱਕ 'ਚ ਹੋਊ, ਮੈਡਮ ਦੋਸ਼ੀ ਹੋਣਗੇ ਇਹਨਾਂ ਨੂੰ ਸਜ਼ਾ ਹੋ ਜਾਊਗੀ, ਕੋਈ ਹੋਰ ਹੋਇਆ ਉਹਨੂੰ ਹੋ ਜਾਊਗੀ, ਕੋਰਟ ਆਪਣਾ ਫੈਸਲਾ ਕਰੂਗੀ। ਸਾਨੂੰ ਕੋਰਟ 'ਤੇ ਯਕੀਨ ਹੈ ਜੀ, ਕੋਰਟ ਨੇ ਬੜਾ ਸਖਤ ਰਵੱਈਆ ਅਪਣਾਇਆ, ਸਾਰਾ ਸਟੇਟਸ ਮੰਗਵਾਇਆ, ਬਾਕੀ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਹੋਊਗਾ। ਕਿੰਨਾ ਔਖਾ ਹੋ ਜਾਂਦਾ ਹੈ ਜਦੋਂ ਇੱਕ ਮਹਿਲਾ ਇੰਸਟੀਚਿਊਟ ਰਨ ਕਰ ਰਹੀ ਹੋਵੇ ਜਾਂ ਇਸ ਤਰ੍ਹਾਂ ਦਾ ਪ੍ਰੈਸ਼ਰ ਹੋਵੇ ਜਾਂ FIR ਦਰਜ ਹੋਵੇ। ਮੈਨੂੰ ਨਹੀਂ ਪਤਾ ਤੁਸੀਂ ਸਹੀ ਹੋ ਜਾਂ ਗਲਤ ਹੋ, ਖੈਰ ਤੁਸੀਂ ਆਪਣਾ ਪੱਖ ਰੱਖਿਆ, ਪਰ ਕਿੰਨਾ ਔਖਾ ਹੈ ਸਰਵਾਈਵਲ ਇਸ ਸਮੇਂ? ਬਹੁਤ ਜ਼ਿਆਦਾ ਸਰ, ਬਹੁਤ ਹੀ ਜ਼ਿਆਦਾ ਜੀ। ਤਾਂ ਪਿਛਲੇ ਦਿਨੀ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਦੇ ਨਾਲ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਔਰ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਹ ਗਏ ਸੀ, ਉੱਥੇ ਬੁਲਾਇਆ ਗਿਆ ਪਰ ਸੁਣਵਾਈ ਨਹੀਂ ਹੋਈ ਔਰ ਉਸ ਤੋਂ ਬਾਅਦ ਪਰਚੇ ਇਹਨਾਂ ਦੇ ਉੱਪਰ ਦਰਜ ਕੀਤੇ ਗਏ ਔਰ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਇਸ ਕੇਸ ਦੇ ਵਿੱਚ ਹਾਈ ਕੋਰਟ ਪਹੁੰਚੇ ਨੇ, ਜ਼ਮਾਨਤ ਇਹਨਾਂ ਦੀ ਖਾਰਜ ਹੋ ਗਈ ਸੀ ਸੈਸ਼ਨ ਕੋਰਟ ਦੇ ਵਿੱਚ ਔਰ 420 ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ। ਅਪਰੋਚ ਇਹਨਾਂ ਦੇ ਵੱਲੋਂ ਹਾਈ ਕੋਰਟ ਕੀਤੀ ਗਈ ਹੈ, ਰਿਟ ਫਾਈਲ ਕੀਤੀ ਗਈ ਹੈ ਔਰ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਹੈ ਔਰ ਇਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।